कि ओंकार वाहिगुरु जी की फतेह। श्री भगवती जी सहाय पातशाही 12वीं। प्रथम भगवती सिमर कै गुरु नानक लई ध्याए, फिर अंगद गुर ते अमरदास रामदासै होई सहाय। अर्जन हरगोबिंद नूं सिमरो श्री हर राय, श्री हर किशन ध्याईऐ जिस डिठै सब दुख जाए। तेग बहादुर सिमरिए करनो निदावै ताए, दसम पातशाह श्री गुरु गोबिंद सिंह जी सब थाई हो सहाय। सतगुरु बालक सिंह जी सिमरिए जिन्हां धर्म दा मार्ग दिया बताए। अकाल पुरख श्री सतगुरु राम सिंह जी सिमरिए जिन जमते लिया छड़ाए। जोत का जामा सतगुरु हरि सिंह जी सिमरिए जिन टुट्टी लई मिलाए। वड्डे प्रताप वाले अटल प्रतापी सतगुरु प्रताप सिंह जी सिमरिए जिन्हां सुच सोध नाम बाणी दा प्रवाह दिता चलाए। हाजरा हजूर अकाल पुरख श्री सतगुरु जगजीत सिंह जी पहरे दे मालक, जिन्हां दा दर्शन कीतियां जन्म मरण दुख जाए, सब थाई हो सहाय। गुरु जी के 4 साहिबजादे, 5 प्यारे, 40 मुक्ते, 80 शहीद, बेअंत शहीदां दा ध्यान धर के आप जी दा पवित्र नाम चेतावे। जिन्हां गुरमुखां नाम जपिया वंड के छकिया, धर्म हेठ सीस दिते, सिੱਖੀ सिद्ध केसां सवासां नाल नवाई। सच बोलिया पढ़दे कजे, तोपां अगे उड्डे, काले पाणियां दे कस चले, फांसियां ते लटके, सतगुरां दे चरनां ते भरोसा रखिया। तिन्हां गुरमुखां दी कमाई दा ध्यान धर के नाम चेतावे। सतगुरु जी पातशाह असीं सदा भुल्लणहार हैं, तू सदा बख्शिंद है। दरों करों सिੱਖੀ सिद्ध बख्श, बेमुख हो के न मरिए। जो तैं गुरु रूप धार के हुक्म दिता है ग्रंथ साहिब में, ओ हुक्म तू मैनू सदा ही मनाई। सतगुरु जी पातशाह धरती ते धर्म वरता, महामलेश दा नाश कर, गौ गरीब दे कष्ट नू दूर कर, अपने संत खालसे दा प्रकाश कर। साडा धर्म बनिया रहे, कुल सृष्टि तेरा नाम जपे, दुखिया रही ना कोई सच्चा पातशाह। सतगुरु राम सिंह जी आप जी दी किरपा नाल आप जी दीयां प्यारियां संगतां ने आप जी दे पवित्र नाम दा सिमरन कीता है। आप जी दे दर्शनां निमित किरपा करके अपने सरगुण स्वरूप दा दर्शन बख्शो। सुहाली सवासी तेरा नाम चेतावे प्रभु, ना विसरी ना विसारी, रख लै बख्श लै, दे करके दे दीदार। सतगुरु राम सिंह नाम चढ़दी कला, तेरे पानी सरबत दा भला। जो बोले सो निहाल। युग पलटाऊ सतगुरु श्री सतगुरु राम सिंह जी महाराज ਅਤੇ ਇਤਿਹਾਸਿਕ ਪਵਿੱਤਰ ਸਥਾਨਾਂ ਦੇ ਦਰਸ਼ਨ ਸ੍ਰੀ ਭੈਣੀ ਸਾਹਿਬ ਜੀ। ਇਹ ਸ੍ਰੀ ਸਤਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਸਥਾਨ ਹੈ। ਪਿੰਡ ਰਾਈਆਂ 3 ਫਰਵਰੀ 1816 ਈਸਵੀ ਮਾਘ ਸੁਦੀ ਪੰਚਮੀ 1872 ਬਿਕਰਮੀ ਵਾਲੇ ਦਿਨ ਪਿਤਾ ਜੱਸਾ ਸਿੰਘ ਮਾਤਾ ਸਦਾ ਕੌਰ ਦੇ ਘਰ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਅਵਤਾਰ ਧਾਰਿਆ। ਇਹ ਰਾਮ ਮੰਦਰ ਹੈ। ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਪਿੰਡ ਰਾਈਆਂ ਤੋਂ ਆ ਕੇ ਸ੍ਰੀ ਭੈਣੀ ਸਾਹਿਬ ਇਸੇ ਹੀ ਮੰਦਰ ਵਿੱਚ ਆਪਣਾ ਨਿਵਾਸ ਸਥਾਨ ਬਣਾਇਆ। ਇਹ ਤੁਸੀਂ ਰਾਮ ਸਰੋਵਰ ਦੇ ਦਰਸ਼ਨ ਕਰ ਰਹੇ ਹੋ। ਰਾਮ ਸਰੋਵਰ ਦਾ ਪਿਛੋਕੜ ਭਗਵਾਨ ਰਾਮਚੰਦਰ ਤੱਕ ਜਾਂਦਾ ਹੈ। ਖੁਦਾਈ ਸਮੇਂ ਨਿਕਲੇ ਥਿੰਦੇ ਕੋਲੇ ਤੇ ਹਮਨ ਕੁੰਡ ਤੋਂ ਪਤਾ ਲੱਗਦਾ ਹੈ ਕਿ ਆਪ ਇੱਥੇ ਤਪੱਸਿਆ ਤੇ ਹਮਨ ਕਰਦੇ ਰਹੇ ਹਨ। ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਇਸ ਨੂੰ ਰਾਮ ਸਰੋਵਰ ਨੂੰ ਮਹਾਨਤਾ ਦਿੱਤੀ ਅਤੇ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨੇ ਇਸ ਨੂੰ ਨਵਾਂ ਰੂਪ ਦਿੱਤਾ।
ਇਹ ਅਮਰਲੋਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਹੱਥੀਂ ਸੰਨ 1857 ਨੂੰ ਲਾਈ ਸੀ, ਜਿਸ ਉੱਤੇ ਅੱਜ ਤੱਕ ਲਗਾਤਾਰ ਲੰਗਰ ਪੱਕ ਰਿਹਾ ਹੈ। ਇਹ ਅਕਾਲ ਬੁੰਗਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਸਥਾਨ ਹੈ, ਸ੍ਰੀ ਭੈਣੀ ਸਾਹਿਬ। ਇੱਥੇ ਸੱਚੇ ਪਾਤਸ਼ਾਹ ਜੀ ਨੇ 20 ਸਾਲ ਕੋਟ ਤਪੱਸਿਆ ਕੀਤੀ ਸੀ। ਇਹ ਹਰੀ ਮੰਦਰ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇੱਥੇ ਹੀ ਆਪ ਜੀ ਦਾ ਸੰਸਕਾਰ 1906 ਈਸਵੀ ਨੂੰ ਕੀਤਾ ਗਿਆ ਸੀ, ਸ੍ਰੀ ਭੈਣੀ ਸਾਹਿਬ। ਇਹ ਗੋਲ ਮੰਦਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਦੀ ਯਾਦ ਕਾਇਮ ਰੱਖਦਾ ਹੈ। ਇੱਥੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 22 ਅਗਸਤ 1959 ਈਸਵੀ ਨੂੰ ਜੋਤੀ ਜੋਤ ਸਮਾਏ ਸਨ। ਇਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਤਪ ਸਥਾਨ ਹੈ। ਇੱਥੇ ਹੀ 22 ਅਗਸਤ 1959 ਈਸਵੀ ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਸੰਸਕਾਰ ਕੀਤਾ ਗਿਆ ਸੀ। ਤੁਸੀਂ ਹਮਨ ਕੁੰਡ ਦੇ ਦਰਸ਼ਨ ਕਰ ਰਹੇ ਹੋ। ਇਸ ਹਮਨ ਕੁੰਡ ਵਿੱਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 9 ਸਤੰਬਰ 1937 ਤੋਂ 18 ਸਤੰਬਰ 1937 ਤੱਕ 1,27,000 ਚੰਡੀ ਜੀ ਦੇ ਵਾਰ ਦੇ ਪਾਠ ਕਰਵਾਏ ਅਤੇ ਹਮਨ ਕੀਤਾ। ਇਸ ਵਿੱਚ 500 ਸਿੰਘਾਂ ਦੀ ਰੌਲ ਲੱਗਦੀ ਰਹੀ ਅਤੇ 20 ਸੇਰ ਪ੍ਰਤੀ ਘੰਟਾ ਘਿਓ ਦੀ ਆਹੂਤੀ ਪੈਂਦੀ ਰਹੀ। ਇਹ ਹਮਨ ਅੰਗਰੇਜ਼ੀ ਸਰਕਾਰ ਦੇ ਲਾਹੌਰ ਵਿੱਚ ਖੁੱਲ੍ਹਣ ਵਾਲੇ ਮਸ਼ੀਨੀ ਬੁੱਚੜਖਾਨੇ ਨੂੰ ਬੰਦ ਕਰਾਉਣ ਲਈ ਕੀਤਾ ਗਿਆ ਸੀ ਅਤੇ ਇੰਜ ਬੁੱਚੜਖਾਨਾ ਖੋਲ੍ਹਣ ਦੀ ਤਜਵੀਜ਼ ਹੀ ਰੱਦ ਹੋ ਗਈ। ਉਸ ਤੋਂ ਪਿੱਛੋਂ ਵੀ ਆਪ ਜੀ ਨੇ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇੱਥੇ ਲੱਖਾਂ ਹੀ ਚੰਡੀ ਦੀ ਵਾਰ ਦੇ ਪਾਠ ਅਤੇ ਹਮਨ ਕਰਵਾਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਇਸ ਹਮਨ ਕੁੰਡ ਨੂੰ ਨਵਾਂ ਰੂਪ ਦੇ ਦਿੱਤਾ ਹੈ। ਇਹ ਸਿਮਰਤੀ ਮੰਦਰ ਗੁਰੂ ਨਾਨਕ ਸਦਭਾਵਨਾ ਮੰਦਰ ਹੈ। 1934 ਈਸਵੀ ਦੀ ਗੁਰੂ ਨਾਨਕ ਸਰਬ ਸੰਪਰਦਾਇ ਕਾਨਫਰੰਸ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਿੱਖਾਂ ਦੀ ਏਕਤਾ ਤੇ ਸਦਭਾਵਨਾ ਲਈ ਕੀਤੀ। ਇਸ ਦੀ ਸਫਲਤਾ ਲਈ ਆਪ ਜੀ ਨੇ ਉਸੇ ਸਮੇਂ 10 ਪਾਤਸ਼ਾਹੀਆਂ ਦੀ ਅਰਦਾਸ ਕਰਨੀ ਵੀ ਪ੍ਰਵਾਨ ਕੀਤੀ। ਇਹ ਮੰਦਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਸੇ ਹੀ ਥਾਂ ਉੱਤੇ ਬਣਵਾਇਆ ਹੈ। ਇਹ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦਾ ਤਪ ਸਥਾਨ ਹੈ। ਇੱਥੇ ਸਤਿਗੁਰੂ ਹਰੀ ਸਿੰਘ ਜੀ ਨੇ ਕੋਟ ਤਪੱਸਿਆ ਕੀਤੀ ਸੀ। ਸ੍ਰੀ ਭੈਣੀ ਸਾਹਿਬ ਕਈ ਸਥਾਨਾਂ ਤੇ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਨਾਲ ਅਖੰਡ ਬਾਣੀਆਂ ਲਗਾਤਾਰ ਚੱਲ ਰਹੀਆਂ ਹਨ। ਇਹ ਖਰਾਸ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਵੇਲੇ ਲੰਗਰ ਲਈ ਆਟਾ ਪੀਣ ਵਾਸਤੇ ਲਗਾਇਆ ਗਿਆ ਸੀ, ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਖੱਬੇ ਪਾਸੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦਾ ਗੱਦੀ ਸਾਹਿਬ ਅਤੇ ਨਿਵਾਸ ਸਥਾਨ ਹੈ ਅਤੇ ਸਾਹਮਣੇ ਇਹ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਹਿਲ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਦਾ ਨਿਵਾਸ ਸਥਾਨ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਵੀ ਇੱਥੇ ਹੀ ਸੰਨ 1920 ਵਿੱਚ ਹੋਇਆ ਸੀ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਅੰਗਰੇਜ਼ੀ ਸਰਕਾਰ ਨੇ ਇੱਥੇ ਦਰਵਾਜ਼ੇ ਅੱਗੇ 50 ਸਾਲ ਪੁਲਿਸ ਦੀ ਚੌਂਕੀ ਬਿਠਾਈ ਰੱਖੀ। 5 ਸਿੰਘਾਂ ਨੂੰ ਦਰਸ਼ਨ ਕਰਨ ਦੀ ਇਜਾਜ਼ਤ ਮਿਲਦੀ ਸੀ। ਫਿਰ ਉਹ 6 ਮਹੀਨੇ ਵਾਸਤੇ ਦਰਸ਼ਨ ਨਹੀਂ ਸਨ ਕਰ ਸਕਦੇ। ਪੂਰੀ ਜਾਣਕਾਰੀ ਕਰਨ ਲਈ ਨਾਮਧਾਰੀ ਪੁਸਤਕਾਂ ਲੈ ਕੇ ਜ਼ਰੂਰ ਪੜ੍ਹੋ ਜੀ। ਗੌਰਮੈਂਟ ਅੰਗਰੇਜ਼ ਹਕੂਮਤ ਸ੍ਰੀ ਭੈਣੀ ਸਾਹਿਬ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਅਤੇ ਕੂਕੇ ਨਾਮਧਾਰੀਆਂ ਤੇ ਬਹੁਤ ਹੀ ਕਰੜਾ ਪਹਿਰਾ ਰੱਖਦੀ ਸੀ। ਹੁਣ ਤੁਸੀਂ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪਵਿੱਤਰ ਉਪਦੇਸ਼ ਸ੍ਰੀ ਭੈਣੀ ਸਾਹਿਬ ਪੁਲਿਸ ਦੀ ਚੌਂਕੀ ਬਾਰੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਇਤਿਹਾਸ ਤੁਹਾਡੇ ਸਾਹਮਣੇ ਕਿਸੇ ਵੇਲੇ ਕੰਨ ਪੜ੍ਹਦੇ ਸਾਂ ਵੀ ਇਸ ਤਰ੍ਹਾਂ ਦੀ ਹਾਲਤ ਸੀ ਕਿ ਕੋਈ ਸਿੱਖ ਜੇ ਆਵੇ ਉਹਨੂੰ ਅੰਦਰ ਨਹੀਂ ਸੀ ਲੰਘਣ ਦਿੱਤਾ ਜਾਂਦਾ। ਤੇ ਜੇ ਸਾਡੇ ਦਾਦਾ ਜੀ ਗੁਰੂ ਹਰੀ ਸਿੰਘ ਜੀ ਬਾਹਰ ਮੈਦਾਨੇ ਜਾਣਾ ਤੇ ਉਸ ਪੱਜ ਗੜਵੇ 'ਚ ਦਾਲਾ ਪ੍ਰਸ਼ਾਦਾ ਲੈ ਕੇ ਜਾਣਾ। ਜਿਹੜੇ ਸਿੱਖ ਲੁਕੇ ਹੁੰਦੇ ਸਨ ਬਾਹਰ ਉਹਨਾਂ ਨੂੰ ਜਾ ਕੇ ਛਕਾਉਣਾ। ਕਈ ਵਾਰ ਫੜੇ ਜਾਣਾ, ਕਈ ਵਾਰ ਇਹ ਹੋਣਾ ਵੀ ਦੀਵਾਨ ਲੱਗਾ ਹੋਣਾ ਤੇ ਅੰਗਰੇਜ਼ਾਂ ਦੀ ਹਕੂਮਤ ਨੇ ਆਖਣਾ ਉੱਠੋ ਇੱਥੇ ਦੀਵਾਨ ਬੰਦ ਕਰੋ ਤੇ ਭੈਣੀ ਸਾਹਿਬ ਜਾਓ। ਭੈਣੀ ਸਾਹਿਬ ਪੁਲਿਸ ਦੀ ਚੌਕੀ ਬੂਹੇ ਦੇ ਅੱਗੇ ਸੀ ਤੇ ਇੱਥੇ 50 ਸਾਲ ਸਿੱਖ ਤਾਂ ਕੀ ਹਿੰਦੂ ਵੀ ਕੋਈ ਸਿਪਾਹੀ ਨਹੀਂ ਲੱਗਣ ਦਿੱਤਾ। ਮੁਸਲਮਾਨ ਲੱਗੇ ਸਨ, ਕੁੱਕੜ ਬੱਕਰੇ ਛਤਰੇ ਬੂਹੇ ਦੇ ਅੱਗੇ ਬਹਿ ਕੇ ਵੱਢਦੇ ਸਨ, ਹੁੱਕਾ ਪੀਂਦੇ ਸਨ, ਗੁੜਗੁੜਾਉਂਦੇ ਸਨ। ਇਸ ਹਾਲਤ ਵਿੱਚ ਸਾਡਾ ਘਰ ਰਿਹਾ। ਜਿਹੜਾ ਸਾਡਾ ਘਰ ਸੀ ਨਾ ਇਹ ਜੇਲ੍ਹ ਸੀ। ਇਹ ਜੇ ਕਿ ਪੁਲਿਸ ਦੇ ਸਿਪਾਹੀ ਬੈਠੇ ਰਹਿੰਦੇ ਸਨ। 5 ਆਦਮੀ ਅੰਦਰ ਜਾ ਸਕਦੇ ਸਨ ਨਾਂ ਲਿਖਾ ਕੇ
ਉਹ 5 ਵਾਰ ਚਲੇ ਜਾਣ ਫਿਰ ਨਹੀਂ ਜਾ ਸਕਦੇ। ਨੇੜੇ ਦੇ ਪਿੰਡਾਂ ਵਿੱਚ ਕੋਈ ਫੂਕਾ ਪਤਾ ਲੱਗ ਗਿਆ ਤੇ ਉਹਨਾਂ ਲੰਬੜਦਾਰਾਂ ਦੀ ਖਿਚਾਈ ਹੁੰਦੀ ਸੀ ਕਿ ਤੁਹਾਡੇ ਪਿੰਡ ਫੂਕਾ ਕਿਉਂ ਆਇਆ। ਪੰਡਤ ਜੀ ਦੱਸਦੇ ਨੇ, ਪੁਰਾਣਾ ਸਿੱਖ ਸੀ ਉਹਨੇ ਦੱਸਿਆ, ਮੈਂ ਕੋਈ ਪੁਰਾਣਾ ਗੈਰ ਨਾਮਧਾਰੀ ਸੀ, ਉਹਨੇ ਆਖਿਆ ਮੈਨੂੰ ਇੰਨਾ ਪਤਾ ਕਿ ਢੋਲ ਵਜਾ ਕੇ ਪਿੰਡਾਂ ਵਿੱਚ ਇਹ ਆਖਿਆ ਜਾਂਦਾ ਸੀ ਤੁਹਾਡੇ ਪਿੰਡ 'ਚ ਕੋਈ ਫੂਕਾ ਹੈ ਤਾਂ ਦੱਸੋ, ਹੁਣ ਕੱਢੀਏ ਇੱਥੋਂ। ਇਹਨਾਂ ਹਾਲਤਾਂ ਵਿੱਚ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਨੇ 30-35 ਸਾਲ ਗੁਜ਼ਾਰ ਕੇ ਤੇ ਖੰਭਾਂ ਹੇਠ ਲੈ ਕੇ ਨਾਮਧਾਰੀ ਪੰਥ ਨੂੰ ਬੜੀਆਂ ਕਰੜਾਈਆਂ ਵਿੱਚ ਉਹ ਜਿਹੜਾ ਸਮਾਂ ਲੰਘਿਆ ਗੁਰੂ ਨਾਨਕ ਸਿੰਘ ਤੋਂ ਬਾਅਦ। ਅਖੜ ਚਾਂਗੀ ਮੀਂਹੋਂ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰ ਸਿੱਖ ਲੰਗ ਗੁਰੂ ਪੈ ਜਾਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਵਿਖੇ ਵਿਸਾਖ ਸੁਦੀ ਪੰਚਮ 1678 ਸੰਮਤ ਵਿੱਚ ਹੋਇਆ ਅਤੇ ਜੋਤੀ ਜੋਤ ਸਮਾਏ ਮਘਰ ਸੁਦੀ 5 1731 ਸੰਮਤ ਵਿੱਚ। ਸ੍ਰਿਸ਼ਟੀ ਦੇ ਮਾਲਕ ਤੀਨ ਦੁਨੀਆ ਦੇ ਦਰਦੀ ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬੇਮਿਸਾਲ ਸ਼ਹੀਦੀ ਕਾਰਨ ਇਸ ਤਰ੍ਹਾਂ ਬਣਾਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਦੇ ਲਾਗੇ ਹੀ ਬਾਬਾ ਬਕਾਲਾ ਗੁਰਦੁਆਰਾ ਹੈ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਭੋਰੇ ਦੇ ਅੰਦਰ 26 ਸਾਲ 9 ਮਹੀਨੇ 13 ਦਿਨ ਬੈਠ ਕੇ ਤਪ ਕੀਤਾ ਸੀ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਅੰਤ ਸਮੇਂ ਦਿੱਲੀ ਵਿਖੇ ਸਿੱਖਾਂ ਅਰਜ਼ ਕੀਤੀ ਕਿ ਪਿਛਲੇ ਗੁਰੂ ਸਾਹਿਬ ਅੱਗੋਂ ਕਿਸੇ ਦੇ ਲੜ ਲਾ ਕੇ ਜਾਂਦੇ ਰਹੇ ਹਨ, ਹੁਣ ਤੁਸੀਂ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ। ਗੁਰੂ ਹਰਕ੍ਰਿਸ਼ਨ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਿਸਨੇ ਮੇਰੇ ਦਰਸ਼ਨ ਕਰਨੇ ਹੋਣ ਉਹ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ, ਜਿਸਨੇ ਮੇਰੇ ਨਾਲ ਗੱਲਾਂ ਕਰਨੀਆਂ ਹੋਣ ਤਾਂ ਉਹ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਕਰੇ। ਅੱਜ ਤੋਂ ਇਹ ਹੀ ਤੁਹਾਡੇ ਗੁਰੂ ਹੋਏ। ਤਾਂ ਸਭ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਤਾਂ ਸ੍ਰੀ ਆਦਿ ਗ੍ਰੰਥ ਸਾਹਿਬ ਸੋਢੀ ਸਾਰੇ ਹੀ ਘਰਾਂ ਵਿੱਚ ਰੱਖ ਲੈਣਗੇ, ਅਸੀਂ ਕਿਸ ਨੂੰ ਗੁਰੂ ਮੰਨਾਂਗੇ। ਸਿੱਖਾਂ ਦੀ ਅਰਜ਼ ਸੁਣ ਕੇ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਫਰਮਾਇਆ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ, ਭਾਵ ਕਿ ਬਕਾਲੇ ਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਭੋਰੇ ਵਿੱਚ ਨਿਵਾਸ ਕਰਦੇ ਸਨ। ਅਗਲੇ ਗੁਰੂ ਤੁਹਾਡੇ ਉਹ ਹੋਏ। ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਬਾਬੇ ਲੱਗਦੇ ਸਨ। ਸੱਚੇ ਪਾਤਸ਼ਾਹ ਜੀ 5 ਪੈਸੇ ਨਾਰੀਅਲ ਥਾਲ ਵਿੱਚ ਰੱਖ ਕੇ ਮੱਥਾ ਟੇਕ ਕੇ ਸੰਗਤ ਦੇ ਸਪੁਰਦ ਕਰ ਦਿੱਤਾ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਤਾਂ ਇਹ
ਮਸਲਾ ਇੱਕ ਵੇਰ ਹਾਈ ਕੋਰਟ ਵਿੱਚ ਇਸ ਚੀਜ਼ ਦਾ ਫੈਸਲਾ ਹੋ ਜਾਏ, ਉਹਦਾ ਦੂਸਰੀ ਵੇਰ ਉਹ ਫੈਸਲਾ ਕਦੇ ਨਹੀਂ ਹੁੰਦਾ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵਿੱਚ ਸਰੀਰ ਲੱਗੇ ਹਨ ਤਿਆਗਣ। ਜਿਸ ਵੇਲੇ ਦਿੱਲੀ 'ਚ ਸਰੀਰ ਤਿਆਗਣ ਲੱਗੇ ਹਨ ਤਾਂ ਗੁਰਬਖਸ਼ ਜੀ ਜੈਸੇ ਜਿਹੜੇ ਮਸੰਤ ਸਤਿਗੁਰਾਂ ਦੇ ਪਾਸ ਸਨ, ਉਹ ਕਹਿੰਦੇ ਸੱਚਿਆ ਪਾਤਸ਼ਾਹ ਵੀ ਅਗਲੇ ਗੁਰੂ ਇੱਕ ਦਿਨ ਦੂਆ ਬਾਂਹ ਫੜਾ ਕੇ ਜਾਂਦਾ ਰਿਹਾ, ਤੁਸੀਂ ਉਹ ਗੁਰੂ ਨਾਨਕ ਦੀ ਗੱਦੀ ਤੇ ਸਾਨੂੰ ਹੁਣ ਬਾਂਹ ਕਿਉਂ ਨਹੀਂ ਫੜਾਉਂਦੇ ਹੋ? ਸੂਰਜ ਪ੍ਰਕਾਸ਼ ਚ ਲਿਖਿਆ ਕਿ ਗੁਰੂ ਹਰਕ੍ਰਿਸ਼ਨ ਨੇ ਕਿਹਾ ਬਈ ਇਹ ਗੱਲ ਹੈ, ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਤੁਸੀਂ ਮੇਰਾ ਸਰੂਪ ਸਮਝੋ ਔਰ ਇਹਦਾ ਜਿਹੜਾ ਪਾਠ ਕਰੋ, ਮੇਰੇ ਨਾਲ ਗੱਲਬਾਤ ਕਰੋ। ਤਾਂ ਉੱਥੇ ਸਾਫ਼ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਸੂਰਜ ਪ੍ਰਕਾਸ਼ ਪੜ੍ਹ ਕੇ ਦੇਖੋ, ਕੂਕਿਆਂ ਦੀ ਲਿਖੀ ਹੋਈ ਪੋਥੀ ਨਹੀਂ। ਉਹ ਕਹਿੰਦੇ ਨੇ ਲਿਖਦਾ ਹੈ ਸੋਧੀ ਸਭ ਸਾਰੇ। ਮਹਾਰਾਜ ਜੀ ਦਾ ਸੋਧੀ ਸਾਰੇ ਲਿਖ ਕੇ ਆਪੋ ਆਪਣੇ ਘਰੀ ਧਰ ਲੈਣਗੇ, ਅਸੀਂ ਕਿਹੜੇ ਨੂੰ ਗੁਰੂ ਮੰਨਾਂਗੇ? ਅਸੀਂ ਨਹੀਂ ਇਹ ਗੱਲ ਮੰਨਣੀ। ਮੈਨੂੰ ਤੁਕਾਂ ਨਹੀਂ ਯਾਦ, ਬੇਸ਼ੱਕ ਜਿਹਦੇ ਪਾਸ ਸੂਰਜ ਪ੍ਰਕਾਸ਼ ਹੋਵੇ ਉਹ ਦੇਖ ਸਕਦਾ ਹੈ ਕਿ ਲਿਖਿਆ ਹੋਇਆ ਹੈ ਕਿ ਨਹੀਂ। ਉਹਨਾਂ ਆਖਿਆ ਮਹਾਰਾਜ ਸਾਰੇ ਸੋਧੀ ਲਿਖ ਕੇ ਆਪੋ ਆਪਣੇ ਘਰੀ ਰੱਖ ਲੈਣਗੇ, ਅਸੀਂ ਕਿਹੜੇ ਨੂੰ ਗੁਰੂ ਮੰਨੀਏ? ਤਾਂ ਫੇਰ ਮਹਾਰਾਜ ਨੇ ਕਿਹਾ ਕਿ ਬਾਬਾ ਆਏ ਜੋ ਗ੍ਰਾਮ ਬੁਕਾਰੇ, ਬਾਬਾ ਬੁਕਾਰੇ ਵਿੱਚ ਹੈ। ਉਸ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਹੈ। ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਆਪਣੇ ਦੁੱਖ ਨਿਵਰਤ ਕਰਦੀਆਂ ਹਨ। ਸ੍ਰੀ ਹਰਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਮੱਖਣ ਸ਼ਾਹ ਲਵਾਣਾ ਬਹੁਤ ਵੱਡਾ ਸੁਦਾਗਰ ਸੀ। ਉਸ ਦਾ ਜਹਾਜ਼ ਫਸ ਗਿਆ। ਉਸਨੇ ਅਰਦਾਸ ਕਰਨ ਤੇ ਕਿਹਾ ਕਿ ਮੈਂ 500 ਮੋਹਰ ਦੇਵਾਂਗਾ ਜੋ ਮੌਕੇ ਦਾ ਮਾਲਕ ਮੇਰਾ ਜਹਾਜ਼ ਬੰਨੇ ਲਾਵੇ। ਸਤਿਗੁਰੂ ਜੀ ਕਿਰਪਾ ਕੀਤੀ, ਉਸ ਦਾ ਜਹਾਜ਼ ਬੰਨੇ ਲਾਇਆ। ਜਦੋਂ ਬਕਾਲੇ ਗਿਆ ਤਾਂ ਉੱਥੇ 22 ਸਤਿਗੁਰੂ ਬਣ ਕੇ ਬੈਠੇ। ਉਸਨੇ ਇਹੋ ਸੋਚਿਆ ਕਿ 5-5 ਮੋਹਰਾਂ ਰੱਖਦਾ ਹਾਂ, ਜੋ ਸੱਚਾ ਗੁਰੂ ਹੋਵੇਗਾ ਉਹ ਆਪੇ ਹੀ 500 ਮੰਗ ਲਵੇਗਾ। 5-5 ਮੋਹਰਾਂ ਰੱਖ ਕੇ ਸਭ ਨੂੰ ਮੱਥਾ ਟੇਕਦਾ ਗਿਆ। ਕਿਸੇ ਨੂੰ ਵੀ ਮਨ ਦੀ ਭਾਵਨਾ ਦਾ ਪਤਾ ਨਾ ਲੱਗਾ। ਫਿਰ ਮੱਖਣ ਸ਼ਾਹ ਲਵਾਣੇ ਨੇ ਕਿਸੇ ਹੋਰ ਰਾਹੀ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਸਾਧੂ ਫਕੀਰ ਹੈ? ਉਸਨੇ ਕਿਹਾ ਕਿ ਹੈ ਇੱਕ ਤੇਗਾ ਕਮਲਾ। ਪਤਾ ਲੱਗਣ ਤੇ ਉਹ ਗੁਰੂ ਤੇਗ ਬਹਾਦਰ ਪਾਸ ਕੋਰੇ ਵਿੱਚ ਗਿਆ। 5 ਮੋਹਰਾਂ ਰੱਖ ਕੇ ਬੜੇ ਹੀ ਸਤਿਕਾਰ ਨਾਲ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਲਿਆ ਲੋਕਾ, 500 ਮੋਹਰ ਕਹਿ ਕੇ ਹੁਣ 5 ਮੋਹਰਾਂ ਰੱਖਦਾ ਹੈ? ਬੜੇ ਸਤਿਕਾਰ ਨਾਲ 500 ਮੋਹਰ ਦੀ ਥੈਲੀ ਮੱਥਾ ਟੇਕ ਕੇ ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ ਕਹਿੰਦਾ ਹੋਇਆ ਮਸਤਾਨਾ ਹੋ ਗਿਆ। ਕੋਠੇ ਤੇ ਚੜ੍ਹ ਗਿਆ। ਪੱਲਾ ਫੇਰ ਕੇ ਉੱਚੀ ਉੱਚੀ ਪੁਕਾਰ ਕੇ ਕਹਿਣ ਲੱਗਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੇ ਤੀਰਮਲ ਨੂੰ ਖਾਸ ਈਰਖਾ ਹੋਈ। ਵਿਰੋਧਤਾ ਵੱਧਦੀ ਗਈ। ਉਸਨੇ ਆਪਣੇ ਸੇਵਕਾਂ ਪਾਸੋਂ ਸ੍ਰੀ ਸਤਿਗੁਰੂ ਜੀ ਦਾ ਸਾਰਾ ਸਮਾਨ ਲੁਟਵਾਇਆ। ਤੀਰਮਲ ਦੇ ਸ਼ੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ, ਜੋ ਕਿ ਸੱਚੇ ਪਾਤਸ਼ਾਹ ਜੀ ਦੇ ਕੰਨ ਨਾਲ ਖਹਿ ਕੇ ਲੰਘ ਗਈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਵਾਹ ਮਲ ਜੀ, ਵਾਹ ਮਲ ਜੀ, ਵਾਹ ਮਲ ਜੀ। ਮੱਖਣ ਸ਼ਾਹ ਲਵਾਣਾ ਸਤਿਗੁਰਾਂ ਦਾ ਇਹ ਅਪਮਾਨ ਸਹਾਰ ਨਾ ਸਕਿਆ ਤੇ ਉਸਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੀਰਮਲ ਦਾ ਡੇਰਾ ਲੁੱਟ ਲਿਆਂਦਾ ਅਤੇ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਂਦੀ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਤੀਰਮਲ ਦਾ ਸਾਰਾ ਸਮਾਨ ਵਾਪਸ ਕਰਵਾ ਦਿੱਤਾ, ਪਰ ਸਿੱਖਾਂ ਨੇ ਗ੍ਰੰਥ ਸਾਹਿਬ ਦੀ ਬੀੜ ਲੁਕਾ ਕੇ ਰੱਖੀ ਹੋਈ ਸੀ, ਉਹ ਸਿੱਖਾਂ ਨੇ ਵਾਪਸ ਨਹੀਂ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਸੰਗਤ ਸਮੇਤ ਜਦੋਂ ਬਕਾਲੇ ਤੋਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤਾਂ ਪੁਜਾਰੀਆਂ ਨੇ ਹਰਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਬੰਦ ਕਰਕੇ ਦਰਸ਼ਨੀ ਡੇੜੀ ਨੂੰ ਵੱਡਾ ਸਾਰਾ ਜੰਦਰਾ ਲਾ ਦਿੱਤਾ ਤੇ ਆਪ ਲੁਕ ਗਏ। ਮੱਖਣ ਸ਼ਾਹ ਲਵਾਣਾ ਵੀ ਸ੍ਰੀ ਸਤਿਗੁਰੂ ਜੀ ਦੇ ਨਾਲ ਹੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੁਜਾਰੀਆਂ ਨੇ ਹਰਮੰਦਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਨਹੀਂ ਜਾਣ ਦਿੱਤਾ। ਬਕਾਲੇ ਤੋਂ ਵਾਪਸ ਆਉਂਦੇ ਹੋਏ ਜਦੋਂ ਬਿਆਸਾ ਦਰਿਆ ਪਾਰ ਕਰਨ ਲੱਗੇ ਤਾਂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਕਿ ਇਹ ਕੀ ਚੁੱਕੀ ਆਉਂਦੇ ਹੋ? ਸਿੱਖਾਂ ਆਖਿਆ, ਇਹ ਬੀੜ ਹੈ ਜੀ। ਸਤਿਗੁਰੂ ਜੀ ਨਾਰਾਜ਼ ਹੋਏ ਕਿ ਇਹ ਤੀਰਮਲ ਨੂੰ ਕਿਉਂ ਨਹੀਂ ਵਾਪਸ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਡੂੰਘੇ ਪਾਣੀ ਵਿੱਚ ਸਿੱਖਾਂ ਪਾਸੋਂ ਰਖਵਾ ਦਿੱਤੀ ਤੇ ਤੀਰਮਲ ਨੂੰ
ਇੱਕ ਰਾਹੀ ਰਾਹੀਂ ਸੁਨੇਹਾ ਪਹੁੰਚਾ ਦਿੱਤਾ ਕਿ ਤੇਰੀ ਬੀੜ ਬਿਆਸਾ ਦਰਿਆ ਵਿੱਚ ਰੱਖ ਦਿੱਤੀ ਹੈ, ਤੂੰ ਇੱਥੋਂ ਕੱਢ ਕੇ ਲੈ ਜਾ। ਤੀਰਮਲ ਸੁਣ ਕੇ ਬੜਾ ਖੁਸ਼ ਹੋਇਆ ਤੇ ਹੈਰਾਨ ਵੀ ਕਿ ਪਾਣੀ ਵਿੱਚ ਬੀੜ ਕਿਸ ਤਰ੍ਹਾਂ ਬਚੇਗੀ। ਜਿੱਥੇ ਰਾਹੀ ਨੇ ਦੱਸਿਆ ਸੀ ਕਿ ਬੀੜ ਉੱਥੇ ਰੱਖੀ ਸੀ, 8 ਪਾਤਸ਼ਾਹੀਆਂ ਤੱਕ ਅਰਦਾਸਾਂ ਕਰਨ, 9ਵੇਂ ਸਤਿਗੁਰੂ ਜੀ ਦਾ ਨਾਮ ਨਾ ਲੈਣ, ਬੀੜ ਹੱਥ ਨਾ ਆਵੇ। 13 ਦਿਨ ਬੀੜ ਪਾਣੀ ਵਿੱਚ ਰਹੀ। ਜਦੋਂ ਅਰਦਾਸ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਲਿਆ ਤਾਂ ਪਹਿਲੀ ਚੁੱਭੀ ਬੀੜ ਨੂੰ ਹੱਥ ਲੱਗਾ, ਦੂਜੀ ਵਾਰੀ ਬੀੜ ਉੱਪਰ ਆ ਗਈ। ਮੌਕੇ ਦੇ ਸਤਿਗੁਰੂ ਵਿੱਚ ਇਹ ਸ਼ਕਤੀ ਹੁੰਦੀ ਹੈ, ਪੌਣ ਪਾਣੀ ਬਸੰਤਰ ਉਸ ਦੇ ਹੁਕਮ ਵਿੱਚ ਹੀ ਹੁੰਦੇ ਹਨ। ਬੀੜ 13 ਦਿਨ ਪਾਣੀ ਵਿੱਚ ਰਹੀ। ਗੁਰੂ ਤੇਗ ਬਹਾਦਰ ਜੀ ਦੀ ਆਪਣੀ ਸ਼ਕਤੀ ਨਾਲ ਬੀੜ ਰੁੜਨ ਵੀ ਨਹੀਂ ਦਿੱਤੀ ਤੇ ਭਿੱਜਣ ਤੋਂ ਵੀ ਬਚਾਈ ਰੱਖਿਆ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਇਲਾਹੀ ਦਰਬਾਰ ਵਿੱਚ ਬੈਠੇ ਹਨ। ਗੁਰੂ ਨਾਨਕ ਦੇਵ ਜੀ ਦਾ ਸਿੱਖੀ ਪ੍ਰਚਾਰ ਮਾਲਵਾ, ਬਿਹਾਰ, ਯੂਪੀ, ਬੰਗਲਾਦੇਸ਼, ਆਸਾਮ, ਇਹਨਾਂ ਸਾਰੇ ਹੀ ਦੇਸ਼ਾਂ ਵਿੱਚ ਸਿੱਖੀ ਧਰਮ ਦਾ ਸਤਿਗੁਰੂ ਜੀ ਨੇ ਪ੍ਰਚਾਰ ਕੀਤਾ। ਉਸ ਵੇਲੇ ਔਰੰਗਜ਼ੇਬ ਮੁਸਲਮਾਨ ਬਾਦਸ਼ਾਹ ਸੀ। ਉਸਨੇ ਆਪਣੇ ਵਜ਼ੀਰਾਂ, ਅਹਿਲਕਾਰਾਂ ਤੇ ਕਾਜ਼ੀਆਂ ਨਾਲ ਵਿਚਾਰ ਕੀਤੀ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ, ਜੇਕਰ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਜਾਵੇ ਤੇ ਸਭ ਇਸਲਾਮ ਧਰਮ ਹੀ ਹੋ ਜਾਵੇ। ਵਜ਼ੀਰਾਂ, ਕਾਜ਼ੀਆਂ ਤੇ ਅਹਿਲਕਾਰਾਂ ਬਾਦਸ਼ਾਹ ਦੇ ਹੁਕਮ ਦੀ ਬੜੀ ਖੁਸ਼ੀ ਮਨਾਈ ਔਰ ਕਿਹਾ ਕਿ ਇਹ ਗੱਲ ਠੀਕ ਹੈ, ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਦੂਸਰੇ ਦਿਨ ਬਾਦਸ਼ਾਹ ਨੇ ਹੁਕਮ ਸੁਣਾ ਦਿੱਤਾ ਕਿ ਸਭ ਹਿੰਦੂਆਂ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਜੋ ਇਨਕਾਰੀ ਕਰੇ ਉਸ ਨੂੰ ਤੰਗ ਕਰਕੇ ਮਨਾਵੋ। ਕੁਝ ਡਰਦੇ ਮੰਨ ਗਏ, ਬਹੁਤ ਨਾ ਵੀ ਮੰਨੇ। ਫਿਰ ਸ਼ਹਿਨਸ਼ਾਹ ਔਰੰਗਜ਼ੇਬ ਨੇ ਹੁਕਮ ਸੁਣਾਇਆ ਕਿ ਹਿੰਦੂਆਂ ਦੇ ਜੰਜੂ ਲਾ ਕੇ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਵੇ। ਹਿੰਦੂਆਂ ਦੇ ਧਾਰਮਿਕ ਆਗੂ ਇਹ ਸੁਣ ਕੇ ਬੜੇ ਦੁਖੀ ਹੋਏ। ਉਹਨਾਂ ਨੇ ਕਿਸੇ ਪਵਿੱਤਰ ਹਸਤੀ ਦੀ ਸਲਾਹ ਲੈਣ ਦੀ ਜ਼ਰੂਰਤ ਪਈ। ਇੱਕ ਕਸ਼ਮੀਰੀ ਪੰਡਤ ਨੂੰ ਸੁਪਨਾ ਆਇਆ ਕਿ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਮੁਕਤੀ ਦਾਤਾ ਹਨ। ਉਸਨੇ ਆਪਣੇ ਸੁਪਨੇ ਦੀ ਵਾਰਤਾ ਪੰਡਤਾਂ ਨੂੰ ਸੁਣਾਈ। ਸੱਚੇ ਪਾਤਸ਼ਾਹ ਜੀ ਉਸ ਵੇਲੇ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਸਨ। ਕਸ਼ਮੀਰੀ ਪੰਡਤ ਪੁੱਛਦੇ ਪਛਾਣਦੇ ਅਨੰਦਪੁਰ ਪੁੱਜ ਗਏ। ਸਾਰੇ ਪੰਡਤ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਬੈਠ ਗਏ। ਪੰਡਤ ਕਿਰਪਾ ਰਾਮ ਕਸ਼ਮੀਰੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਤੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਖਲੋ ਕੇ ਅਰਜ਼ ਕੀਤੀ ਕਿ ਹੇ ਸ੍ਰਿਸ਼ਟੀ ਦੇ ਮਾਲਕ, ਮਜ਼ਲੂਮਾਂ ਦੇ ਮੁਖੀ ਦਾਤਾ, ਔਰੰਗਜ਼ੇਬ ਦੇ ਜ਼ੁਲਮ ਤੋਂ ਬਚਾਓ। ਉਸਨੇ ਹੁਕਮ ਦਿੱਤਾ ਹੈ ਕਿ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਦਿੱਤਾ ਜਾਵੇ। ਗੁਰੂ ਤੇਗ ਬਹਾਦਰ ਜੀ ਇਹ ਬਰਦਾਸ਼ਤ ਨਹੀਂ ਸੀ ਕਰ ਸਕਦੇ ਕਿ ਹਿੰਦੂ ਧਰਮ ਜ਼ਬਰਦਸਤੀ ਕੋਈ ਬਦਲੇ। ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤ ਦੀ ਬਿਰਤਾ ਭਰੀ ਕਹਾਣੀ ਸੁਣੀ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਾਮ ਨੂੰ ਕਿਹਾ ਕਿ ਤੁਸੀਂ ਜਾ ਕੇ ਸ਼ੇਖ ਅਗਵਾਨ ਨੂੰ ਕਹੋ ਕਿ ਜੋ ਹਿੰਦੂਆਂ ਨੂੰ ਤਸੀਹੇ ਦੇ ਕੇ ਮੁਸਲਮਾਨ ਬਣਾਉਂਦਾ ਹੈ, ਪਹਿਲੇ ਤੁਸੀਂ ਤੇਗ ਬਹਾਦਰ ਨੂੰ ਮੁਸਲਮਾਨ ਬਣਾਵੋ। ਅਸੀਂ ਸਾਰੇ ਉਹਨਾਂ ਦੇ ਹੁਕਮ ਵਿੱਚ ਹੀ ਹਾਂ। ਕਸ਼ਮੀਰੀ ਪੰਡਤ ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਸੁਣ ਕੇ ਸੱਚੇ ਪਾਤਸ਼ਾਹ ਜੀ ਨੂੰ ਬੜੇ ਹੀ ਨਿਮਰਤਾ ਨਾਲ ਨਮਸਕਾਰ ਕਰਦੇ ਹੋਏ ਚਲੇ ਗਏ। ਪੰਡਤ ਕਿਰਪਾ ਰਾਮ ਨੇ ਗਵਰਨਰ ਸ਼ੇਖ ਅਫਗਾਨ ਨੂੰ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾ ਦਿੱਤਾ ਤੇ ਸ਼ੇਖ ਅਫਗਾਨ ਨੇ ਸਾਰੀ ਵਾਰਤਾ ਦਿੱਲੀ ਔਰੰਗਜ਼ੇਬ ਨੂੰ ਪਹੁੰਚਾ ਦਿੱਤੀ। ਔਰੰਗਜ਼ੇਬ ਨੇ ਆਪਣੇ ਫੌਜੀ ਸਿਪਾਹੀ ਗੁਰੂ ਜੀ ਦੀ ਭਾਲ ਲਈ ਅਨੰਦਪੁਰ ਸਾਹਿਬ ਭੇਜੇ। ਗੁਰੂ ਤੇਗ ਬਹਾਦਰ ਜੀ ਨੂੰ ਪਹਿਲੇ ਹੀ ਪਤਾ ਸੀ ਸਤਿਗੁਰੂ ਜੀ ਆਪਣੇ ਕੁਝ ਸਿੰਘਾਂ ਨੂੰ ਨਾਲ ਲੈ ਕੇ ਆਪਣੀ ਮੌਜ ਨਾਲ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੰਦੇ ਹੋਏ ਅਨੰਦਪੁਰ ਸਾਹਿਬ ਤੋਂ ਤੁਰ ਪਏ। ਰਸਤੇ ਵਿੱਚ ਮਾਲਵੇ ਦੀ ਸੰਗਤ ਨੂੰ ਤਾਰਦੇ ਹੋਏ, ਪਟਿਆਲੇ ਦੀ ਧਰਤੀ ਨੂੰ ਭਾਗ ਲਾਉਂਦੇ ਹੋਏ ਸੱਚੇ ਪਾਤਸ਼ਾਹ ਜੀ ਜੀਂਦ ਤੇ ਲੱਖਣ ਮਜਾਰਾ ਸਾਧ ਸੰਗਤ ਨੂੰ ਦਰਸ਼ਨ ਦਿੰਦੇ ਹੋਏ, ਕਥਾ ਕੀਰਤਨ ਕਰਦੇ ਅਤੇ ਆਪਣਾ ਪਵਿੱਤਰ ਉਪਦੇਸ਼ ਦਿੰਦੇ ਹੋਏ ਆਗਰੇ ਪਹੁੰਚੇ। ਆਗਰੇ ਸੱਚੇ ਪਾਤਸ਼ਾਹ ਜੀ ਨੇ ਇੱਕ ਬਾਗ ਵਿੱਚ ਆਪਣਾ ਟਿਕਾਣਾ ਕੀਤਾ ਹੋਇਆ ਸੀ। ਉੱਥੇ ਦੀ ਇੱਕ ਭੇਡਾਂ ਚਾਰਨ ਵਾਲਾ ਚਰਾਈਆ ਲੰਘਿਆ। ਉਸ ਨੂੰ ਸਤਿਗੁਰੂ ਜੀ ਨੇ ਪਾਸ ਬੁਲਾਇਆ, ਆਪਣੇ ਹੀਰੇ ਦੀ ਮੁੰਦਰੀ ਦੇ ਕੇ ਕਿਹਾ ਕਿ ਇਹ ਲੈ ਜਾ ਤੇ ਸਿੱਖਾਂ ਲਈ ਕੁਝ ਖਾਣ ਵਾਸਤੇ ਲੈ ਕੇ ਆ, ਅਸੀਂ ਤੇਰੀਆਂ ਭੇਡਾਂ ਦਾ ਧਿਆਨ ਰੱਖਾਂਗੇ। ਸਤਿਗੁਰੂ ਆਪਣੀ ਖੇਡ ਜੋ ਇਸ ਤਰ੍ਹਾਂ ਬਣਾਣੀ ਸੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ
ਤੇ ਪਵਿੱਤਰ ਉਪਦੇਸ਼ ਵਿੱਚ ਇਸ ਤਰ੍ਹਾਂ ਆਉਂਦਾ ਹੈ ਕਿ ਸਤਿਗੁਰੂ ਜੀ ਦੇ ਤਾਂ ਕੁੱਤਿਆਂ ਨੂੰ ਵੀ ਕੋਈ ਨਹੀਂ ਫੜ ਸਕਦਾ। ਇਹ ਤਾਂ ਸਤਿਗੁਰੂ ਹੈ। ਚਰਵਾਹੇ ਨੇ ਬੇਨਤੀ ਕੀਤੀ ਕਿ ਮੈਂ ਸਭ ਵਸਤ ਕਿਸ ਵਿੱਚ ਲੈ ਕੇ ਆਵਾਂਗਾ ਜੀ। ਤੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਦੁਸ਼ਾਲਾ ਲਾ ਕੇ ਚਰਵਾਹੇ ਨੂੰ ਦਿੱਤਾ। ਮਤੀ ਦਾਸ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਸ ਨੂੰ ਪੈਸੇ ਦੇ ਦੇਣੇ ਸੀ। ਸਤਿਗੁਰੂ ਜੀ ਮੁਸਕਰਾ ਪਏ। ਆਪਣੀ ਸ਼ਹੀਦੀ ਦੀ ਖੇਡ ਜੋ ਇਸ ਤਰ੍ਹਾਂ ਬਣਾਉਣੀ ਸੀ। ਚਰਵਾਹਾ ਬੜਾ ਖੁਸ਼ ਹੋਇਆ, ਹੀਰੇ ਦੀ ਮੁੰਦਰੀ ਲੈ ਕੇ ਤੇ ਦੁਸ਼ਾਲਾ ਲੈ ਕੇ ਗਿਆ ਤੇ ਹੁਣ ਪੈਸੇ ਦੀ ਭੁੱਖ ਨਹੀਂ ਰਹੇਗੀ। ਚਰਵਾਹਾ ਮੰਦਰ ਤੇ ਦੁਸ਼ਾਲਾ ਵੇਚਦਾ ਫੜਿਆ ਗਿਆ। ਪੁਲਿਸ ਦੇ ਸਿਪਾਹੀ ਉਸ ਦੇ ਨਾਲ ਹੋ ਤੁਰੇ ਜਿੱਥੇ ਸੱਚੇ ਪਾਤਸ਼ਾਹ ਜੀ ਬੈਠੇ ਸੀ। ਕੋਤਵਾਲ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਦਿੱਤੀ ਕਿ ਸਤਿਗੁਰੂ ਜੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਸਥਾਨ ਤੇ ਯਾਦਗਾਰੀ ਗੁਰਦੁਆਰਾ ਬਣਿਆ ਹੋਇਆ ਹੈ। ਔਰੰਗਜ਼ੇਬ ਨੇ 1200 ਸਵਾਰ ਦਿੱਲੀ ਤੋਂ ਆਗਰੇ ਭੇਜਿਆ, ਜੋ ਕਿ ਗੁਰੂ ਜੀ ਨੂੰ ਬੜੇ ਹੀ ਸਤਿਕਾਰ ਨਾਲ ਬੈਲ ਗੱਡੀ ਵਿੱਚ ਬਿਠਾ ਕੇ ਦਿੱਲੀ ਲੈ ਗਏ। ਸਾਰੇ ਹੀ ਮੁਗਲ ਕੋਟ ਵਾਲੇ ਗੁਰੂ ਜੀ ਦਾ ਸੁਣ ਕੇ ਬੜੇ ਹੀ ਖੁਸ਼ ਹੋਏ ਕਿ ਆਪੇ ਹੀ ਇੱਥੇ ਆ ਗਏ ਹਨ। ਸਾਡੇ ਤਾਂ ਜਸੂਸਾਂ ਨੂੰ ਅਜੇ ਤੱਕ ਵੀ ਪਤਾ ਨਹੀਂ ਲੱਗਾ ਕਿ ਸਤਿਗੁਰੂ ਜੀ ਕਿੱਥੇ ਹਨ। ਸੱਚੇ ਪਾਤਸ਼ਾਹ ਜੀ ਦਿੱਲੀ ਪਹੁੰਚੇ ਕਿ ਔਰੰਗਜ਼ੇਬ ਦਿੱਲੀ ਤੋਂ ਕਿਤੇ ਬਾਹਰ ਗਿਆ ਹੋਇਆ ਸੀ। ਵੱਡਾ ਕਾਜ਼ੀ ਅਬਦੁਲ ਵਹਾਬ ਬੋਹਰਾ ਉੱਥੇ ਸੀ। ਉਸਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੁਸਲਮਾਨ ਬਣ ਜਾਓ, ਨਹੀਂ ਤਾਂ ਤੁਹਾਨੂੰ ਬਹੁਤ ਤਕਲੀਫਾਂ ਦਿੱਤੀਆਂ ਜਾਣਗੀਆਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਤਕਲੀਫਾਂ ਦਾ ਮੈਨੂੰ ਕੋਈ ਫਿਕਰ ਨਹੀਂ ਹੈ। ਕਾਜ਼ੀ ਨੇ ਗੁਰੂ ਜੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸ ਦੀ ਇੱਕ ਵੀ ਗੁਰੂ ਜੀ ਨੇ ਨਹੀਂ ਮੰਨੀ। ਗੁਰੂ ਜੀ ਦਾ ਇਹ ਜਵਾਬ ਸੁਣ ਕੇ ਕਾਜ਼ੀ ਬੜਾ ਹੈਰਾਨ ਹੋਇਆ। ਫਿਰ ਸਤਿਗੁਰੂ ਜੀ ਨੂੰ ਸਰਕਾਰੀ ਹੁਕਮ ਅਨੁਸਾਰ ਪੂਤਾਂ ਵਾਲੀ ਇੱਕ ਹਵੇਲੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇੱਕ ਦਿਨ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਤੁਹਾਡਾ ਕਿਹੜਾ ਧਰਮ ਹੈ। ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਉੱਤਰ ਪਨਿਓ ਧਰਮ ਹਮ ਹਿੰਦੂ, ਅਤ ਪ੍ਰਿਯੋ ਕੋ ਕਿਮ ਕਰੇ ਨਿਕੰਦੂ। ਤਾਂ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਜੀ ਨੂੰ ਆਖਿਆ, ਤੁਸੀਂ ਬੜੇ ਫਕੀਰ ਲੋਕ ਹੋ, ਖੁਦਾ ਪ੍ਰਸਤ ਹੋ, ਜੇ ਤੁਸੀਂ ਦੀਨ ਕਬੂਲ ਕਰ ਲਓ ਤਾਂ ਸਾਰੇ ਦੇਸ਼ ਵਿੱਚੋਂ ਮਜ਼ਹਬਾਂ ਦੇ ਝਗੜੇ ਖਤਮ ਹੋ ਜਾਣਗੇ। ਗੁਰੂ ਜੀ ਨੇ ਉਸ ਨੂੰ ਇਹ ਸੁਝਾਅ ਦਿੱਤਾ ਆਉਣ ਵਾਲੇ ਸਮੇਂ ਦੇ ਭਵਿੱਖ ਦਰਸਾਉਣ ਲਈ। ਹੁਕਮ ਕੀਤਾ ਕਿ ਇੱਕ ਬੋਰੀ ਕਾਲੀਆਂ ਮਿਰਚਾਂ ਦੀ ਲਿਆਓ, ਉਸ ਨੂੰ ਸਾੜ ਕੇ ਸੁਆਹ ਬਣਾ ਕੇ ਛਾਣੋ। ਇਸੇ ਤਰ੍ਹਾਂ ਹੀ ਕੀਤਾ ਗਿਆ। ਉਸ ਸੁਆਹ ਵਿੱਚੋਂ 3 ਮਿਰਚਾਂ ਅਨਸੜੀਆਂ ਨਿਕਲੀਆਂ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਕਿ ਤੂੰ ਜ਼ੋਰ ਤੇ ਜ਼ੁਲਮ ਨਾਲ 2 ਤੋਂ 1 ਕਰਨਾ ਚਾਹੁੰਦਾ ਹੈ, ਅਕਾਲ ਪੁਰਖ 2 ਤੋਂ 3 ਧਰਮ ਕਰਨੇ ਚਾਹੁੰਦਾ ਹੈ। ਔਰੰਗਜ਼ੇਬ ਇਹ ਬਚਨ ਸੁਣ ਕੇ ਵਿਸ ਘੋਲਦਾ ਹੋਇਆ ਚਲੇ ਗਿਆ। ਬਾਦਸ਼ਾਹ ਨੇ ਹੁਕਮ ਦਿੱਤਾ ਕਿ ਇਸ ਦੇ ਸਿੱਖਾਂ ਨੂੰ ਇਸ ਦੇ ਸਾਹਮਣੇ ਤਸੀਹੇ ਦੇ ਕੇ ਮਾਰਿਆ ਜਾਵੇ, ਫਿਰ ਇਹ ਆਪੇ ਹੀ ਇਸਲਾਮ ਧਰਮ ਕਬੂਲ ਕਰੇਗਾ। ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲੇ ਭਾਈ ਮਤੀ ਦਾਸ ਨੂੰ ਫੱਟਿਆਂ ਵਿੱਚ ਬੰਨ੍ਹ ਕੇ ਜਦੋਂ ਚੀਰਦੇ ਸਨ, ਮਤੀ ਦਾਸ ਨੇ ਕਿਹਾ ਕਿ ਆਰਾ ਪਿਆਰਾ ਲਗਤ ਹੈ, ਕਰ ਕਾਰਾ ਅਬ ਜਾਏ, ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਜੀ 4 ਅੱਖਰ ਦਾ ਭਜਨ ਕਰਦੇ ਹੋਏ ਸ਼ਹੀਦੀ ਪਾ ਗਏ। ਫਿਰ ਭਾਈ ਦਿਆਲੇ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਕੇ ਗੁਰੂ ਜੀ ਦੇ ਸਾਹਮਣੇ ਹੀ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਭਾਈ ਸਤੀ ਦਾਸ ਨੂੰ ਸਾਰੇ ਪਾਸੇ ਰੂੰ ਬੰਨ੍ਹ ਕੇ ਰੱਸਾ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਸਤਿਗੁਰੂ ਜੀ ਇਹ ਸਭ ਕੁਝ ਦੇਖਦੇ ਰਹੇ। ਕਾਜ਼ੀ ਅਬਦੁਲ ਵਹਾਬ ਬੋਹਰੇ ਨੇ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਿ ਤੁਸੀਂ ਅਜੇ ਵੀ ਇਸਲਾਮ ਕਬੂਲ ਕਰ ਲਵੋ। ਗੁਰੂ ਜੀ ਨੇ ਕਿਹਾ ਕਿ ਜੋ ਵੀ ਹੁੰਦਾ ਹੈ ਸਭ ਰੱਬ ਦੀ ਰਜ਼ਾ ਵਿੱਚ ਹੀ ਹੁੰਦਾ ਹੈ, ਮੈਨੂੰ ਇਸ ਦਾ ਕੋਈ ਫਿਕਰ ਨਹੀਂ ਹੈ। ਕਾਜ਼ੀ ਅਬਦੁਲ ਵਹਾਬ ਬੋਹਰੇ ਨੇ ਔਰੰਗਜ਼ੇਬ ਨੂੰ ਕਿਹਾ ਕਿ ਗੁਰੂ ਜੀ ਦੇ ਸਾਹਮਣੇ ਹੀ ਸਭ ਨੂੰ ਸ਼ਹੀਦ ਕਰ ਦਿੱਤਾ ਹੈ, ਪਰ ਗੁਰੂ ਜੀ ਨੂੰ ਕੋਈ ਫਰਕ ਨਹੀਂ ਪਿਆ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ, ਫਿਰ ਇਹ ਇਸਲਾਮ ਧਰਮ ਆਪੇ ਹੀ ਕਬੂਲ ਕਰਨਗੇ। ਔਰੰਗਜ਼ੇਬ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ। ਗੁਰੂ ਜੀ ਉਸ ਪਿੰਜਰੇ ਵਿੱਚ ਵੀ ਬਾਣੀ ਪੜ੍ਹਦੇ ਰਹੇ ਤੇ ਭਜਨ ਕਰਦੇ ਰਹੇ ਅਤੇ ਕਈ ਦਿਨ ਰਹੇ।
ਸੱਚੇ ਪਾਤਸ਼ਾਹ ਜੀ ਨੂੰ ਫਿਰ ਕਾਜ਼ੀ ਅਬਦੁਲ ਵਹਾਬ ਬੋਹਰਾ ਕਹਿੰਦਾ ਕਿ ਤੁਸੀਂ ਅਜੇ ਵੀ ਇਸਲਾਮ ਧਰਮ ਕਬੂਲ ਕਰ ਲਵੋ, ਨਹੀਂ ਤਾਂ ਤੁਹਾਨੂੰ ਹੋਰ ਤਕਲੀਫਾਂ ਦਿੱਤੀਆਂ ਜਾਣਗੀਆਂ। ਗੁਰੂ ਜੀ ਸ਼ਾਂਤ ਹੀ ਰਹੇ। ਫਿਰ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਦਿੱਤਾ ਕਿ ਜੇ ਹੁਣ ਵੀ ਗੁਰੂ ਜੀ ਇਸਲਾਮ ਧਰਮ ਕਬੂਲ ਨਹੀਂ ਕਰਦੇ ਤਾਂ ਇਹਨਾਂ ਨੂੰ ਸਾਰੀ ਖਲਕਤ ਦੇ ਸਾਹਮਣੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਵੇ। ਗੁਰੂ ਜੀ ਨੂੰ ਔਰੰਗਜ਼ੇਬ ਦਾ ਹੁਕਮ ਆ ਗਿਆ ਕਿ ਸਵੇਰੇ ਸ਼ਰੇਆਮ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਜਾਵੇਗਾ। ਬਾਦਸ਼ਾਹ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਜੇਲ੍ਹ ਦੀ ਕੋਠੜੀ ਵਿੱਚ ਰੱਖ ਦਿੱਤਾ ਗਿਆ। ਇੱਥੇ ਗੁਰੂ ਜੀ ਭੋਗ ਦੇ ਸ਼ਬਦ ਲਿਖ ਰਹੇ ਹਨ। ਸਾਰੀ ਦਿੱਲੀ ਵਿੱਚ ਡੌਂਡੀ ਪਿੱਟ ਦਿੱਤੀ ਗਈ ਕਿ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸਾਰੀ ਖਲਕਤ ਦੇ ਸਾਹਮਣੇ ਸ਼ਹੀਦ ਕੀਤਾ ਜਾਵੇਗਾ। ਮਘਰ ਸ਼ੁਦੀ 5 ਬਿਕਰਮੀ 1731 ਨੂੰ ਸਵੇਰੇ ਗੁਰੂ ਜੀ ਨੇ ਇਸ਼ਨਾਨ ਕਰਕੇ ਨਿਤ ਦਾ ਕਿਰਿਆ ਕਰਮ ਭਜਨ ਬਾਣੀ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੂੰ ਚਾਂਦਨੀ ਚੌਕ ਵਿੱਚ ਲੈ ਗਏ। ਉੱਥੇ ਸਾਰੇ ਹੀ ਇਕੱਠੇ ਹੋਏ ਸਨ। ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ ਕਿ ਤੇਰਾ ਨਾਮ ਤੇਗ ਬਹਾਦਰ ਕਿਉਂ ਹੈ? ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਤੇਗ ਮੇਰੇ ਤੇ ਬਹਾਦਰ ਨਹੀਂ ਹੈ, ਮੈਂ ਤੇਗ ਤੇ ਬਹਾਦਰ ਹਾਂ। ਜਲਦੀ ਹੀ ਜਲਦਾਦ ਦੀ ਕਿਰਪਾਨ ਤੇ ਕੱਚਾ ਧਾਗਾ ਲਪੇਟਿਆ ਗਿਆ। ਜਿਸ ਵੇਲੇ ਜਲਾਦ ਨੇ ਕਿਰਪਾਨ ਮਾਰੀ ਤਾਂ ਉਸ ਦਾ ਹੱਥ ਛਣ ਗਿਆ। ਸੀਸ ਕਿਰਪਾਨ ਲੱਗਣ ਤੋਂ ਪਹਿਲੇ ਹੀ ਲੈ ਗਿਆ ਸੀ। ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਵਿੱਤਰ ਉਪਦੇਸ਼ ਵਿੱਚ ਇਸੇ ਤਰ੍ਹਾਂ ਹੀ ਆਉਂਦਾ ਹੈ ਕਿ ਕੱਚੇ ਧਾਗੇ ਨੂੰ ਕੁਝ ਨਹੀਂ ਹੋਇਆ ਸੀ। ਉਸ ਵੇਲੇ ਅੰਨੀ ਬੋਲੀ ਹਨੇਰੀ ਆ ਗਈ, ਸਭ ਪਾਸੇ ਗਰਦੋ-ਗਵਾਰ ਹੋ ਗਿਆ। ਖਲਕਤ ਬਹੁਤ ਹੈਰਾਨ ਹੋਈ ਕਿ ਇਸ ਤਰ੍ਹਾਂ ਦੇ ਮਹਾਪੁਰਸ਼ ਨੂੰ ਕਿਉਂ ਮਾਰ ਦਿੱਤਾ ਗਿਆ। ਰੋਂਦੇ ਤੇ ਕਰਲਾਂਦੇ ਹਾਲ ਦੁਹਾਈ ਪਾਉਂਦੇ ਸੀ। ਮੁਗਲ ਸਰਕਾਰ ਦਾ ਵੀ ਡਰ ਸੀ। ਚੁੱਪ ਚੁਪਾਤੇ ਘਰੀ ਚਲੇ ਗਏ। ਭਾਈ ਜੇਤਾ ਜੀ ਨੇ ਗਰਦੋ-ਗਵਾਰ ਵਿੱਚ ਹੀ ਗੁਰੂ ਜੀ ਦਾ ਸੀਸ ਚੁੱਕ ਕੇ ਕੱਪੜੇ ਵਿੱਚ ਲਪੇਟ ਲਿਆ। ਮੁਗਲ ਪਹਿਰੇਦਾਰਾਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਤੇ ਭਾਈ ਜੇਤਾ ਜੀ 5 ਦਿਨਾਂ ਪਿੱਛੋਂ ਕੀਰਤਪੁਰ ਸਾਹਿਬ ਪਹੁੰਚਾ। ਉੱਥੇ ਮਾਤਾ ਗੁਜਰੀ ਜੀ ਤੇ ਗੋਬਿੰਦ ਰਾਏ ਜੀ ਅਤੇ ਹੋਰ ਸਿੱਖ ਸੰਗਤਾਂ ਵੀ ਆਈਆਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਭ ਨੇ ਦਰਸ਼ਨ ਕੀਤਾ। ਸਤਿਗੁਰੂ ਜੀ ਦੇ ਸੀਸ ਨੂੰ ਬੜੇ ਹੀ ਸਤਿਕਾਰ ਨਾਲ ਪਾਲਕੀ ਵਿੱਚ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਲੈ ਗਏ। ਉੱਥੇ ਗੋਬਿੰਦ ਰਾਏ ਜੀ ਨੇ ਬੜੇ ਹੀ ਪਿਆਰ ਨਾਲ ਭਾਈ ਜੇਤਾ ਜੀ ਨੂੰ ਗਲ ਨਾਲ ਲਾ ਕੇ ਕਿਹਾ, ਰੰਗ ਰੇਟੇ ਗੁਰੂ ਕੇ ਬੇਟੇ। ਉੱਥੇ ਸੀਸ ਦਾ ਸੰਸਕਾਰ ਕੀਤਾ ਗਿਆ। ਇਹ ਸੀਸਗੰਜ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਹੈ। ਭਾਈ ਲੱਖਾ ਜੀ ਤੇ ਉਸ ਦਾ ਲੜਕਾ ਨਗਾਈਆ, ਇਹਨਾਂ ਨੇ ਗੁਰੂ ਜੀ ਦਾ ਧੜ ਆਪਣੇ ਰੂੰ ਵਾਲੇ ਗੱਡਿਆਂ ਵਿੱਚ ਜਲਦੀ ਹੀ ਰੱਖ ਲਿਆ। ਨੇਰ ਗੁਆਰ ਸੀ, ਗੱਡੇ ਬਹੁਤ ਸੀ। ਸਭ ਮੁਗਲ ਸਿਪਾਹੀ ਭਾਲ ਰਹੇ, ਕਿਸੇ ਨੂੰ ਪਤਾ ਨਹੀਂ ਲੱਗਾ ਕਿ ਧੜ ਵੀ ਕਿੱਥੇ ਚਲੇ ਗਿਆ ਹੈ। ਭਾਈ ਲੱਖੇ ਨੇ ਤੇ ਨਗਾਈਏ ਨੇ ਧੜ ਨੂੰ ਹੀ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਹੀ ਅੱਗ ਲਾ ਦਿੱਤੀ। ਕਿਹਾ ਕਿ ਅਚਾਨਕ ਹੀ ਘਰ ਨੂੰ ਅੱਗ ਲੱਗ ਗਈ ਹੈ, ਜੋ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਇਸ ਜਗ੍ਹਾ ਗੁਰਦੁਆਰਾ ਰਕਾਬਗੰਜ ਬਣਿਆ ਹੈ। ਇੱਥੇ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਹਨ ਤੇ ਆਪਣਾ ਜਨਮ ਸਫਲਾ ਕਰਦੀਆਂ ਹਨ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੂੰ ਸਾਰਾ ਸੰਸਾਰ ਨਮਸਕਾਰ ਕਰਦਾ ਹੈ ਤੇ ਮੁਖੋਂ ਆਪਣੇ ਆਪ ਹੀ ਨਿਕਲਦਾ ਹੈ, ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌਨਦ ਆਵੈ ਧਾਏ, ਸਭ ਥਾਈਂ ਹੋਏ ਸਹਾਏ। सूरज किरण मिले, जल का जल हुआ, ज्योति ज्योत रली, संपूर्ण से ब्रह्म सुनिए, एक एक बखाइए, आत्म पसारा करनहारा, कब बिना नहीं जानिए। आप करता आप भुगता, आप कारण किया, विद्वंत नानक से जाने, जिन्हीं हर रस
लिया जिनी हर रस पिया जिनी हर रस पिया। ਅਕਾਲ ਪੁਰਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਾਜਨਾ 26 ਜੇਠ ਸੰਮਤ 1756 ਨੂੰ ਕੀਤੀ। ਮੌਕੇ ਦੀ ਹਕੂਮਤ ਔਰੰਗਜ਼ੇਬ ਅਤੇ 22 ਧਾਰ ਦੇ ਰਾਜੇ ਪੰਥ ਖਾਲਸੇ ਦਾ ਤਪ ਪ੍ਰਤਾਪ ਸਹਾਰ ਨਾ ਸਕੇ ਤੇ ਕਿਲ੍ਹਾ ਛੱਡਣ ਦੀ ਧਮਕੀ ਦਿੱਤੀ ਅਤੇ ਲੜਾਈ ਸ਼ੁਰੂ ਕਰ ਦਿੱਤੀ। ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਬਾਹਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਸਿੱਖਾਂ ਦੀ ਤੇ ਮੁਗਲੀਆਂ ਫੌਜ ਦੇ 22 ਧਾਰ ਰਾਜਿਆਂ ਨਾਲ 6 ਮਹੀਨੇ ਘਮਸਾਨ ਦੀ ਲੜਾਈ ਹੁੰਦੀ ਰਹੀ। ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਚਿੱਠੀ ਰਾਹੀਂ ਸੁਨੇਹਾ ਭੇਜਿਆ, ਖਰਚਾ ਸਾਡਾ ਵੀ ਬਹੁਤ ਹੁੰਦਾ ਹੈ ਤੇ ਤੁਹਾਡਾ ਵੀ। ਜੇਕਰ ਤੁਸੀਂ ਅਨੰਦਪੁਰ ਦਾ ਕਿਲ੍ਹਾ ਚਾਹੇ ਕੁਝ ਦਿਨਾਂ ਲਈ ਹੀ ਛੱਡ ਦਿਓ, ਤੁਹਾਨੂੰ ਬਿਨਾਂ ਕਿਸੇ ਰੋਕ ਤੋਂ ਜਾਣ ਦਿੱਤਾ ਜਾਵੇਗਾ। 22 ਧਾਰ ਦੇ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਵਿੱਚ ਛੁਰੀ ਰੱਖ ਕੇ ਥਾਲ ਵਿੱਚ ਭੇਜੀ ਕਿ ਅਸੀਂ ਛੁਰੀ ਗਊ ਤੇ ਫੇਰੀਏ ਜੇ ਅਸੀਂ ਤੁਹਾਡੇ ਨਾਲ ਬੁਰਾ ਕਰੀਏ। ਬਾਦਸ਼ਾਹ ਦੀ ਕੁਰਾਨ ਦੀ ਕਸਮ ਤੇ ਤਾਂ ਸੱਚੇ ਪਾਤਸ਼ਾਹ ਜੀ ਨੂੰ ਉਤਵਾਰ ਹੀ ਨਹੀਂ ਸੀ। 22 ਧਾਰ ਰਾਜਿਆਂ ਨੇ ਜਦੋਂ ਗਊ ਤੇ ਛੁਰੀ ਫੇਰਨ ਦੀ ਗੱਲ ਕੀਤੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹਮ ਜੈਸੇ ਛਤਰੀ ਨਹੀਂ ਮਾਨੇ ਔਰ ਕੌਣ ਫਿਰ ਮਾਨੇ। ਔਰੰਗਜ਼ੇਬ ਦੀ ਕੁਰਾਨ ਦੀ ਕਸਮ ਸਿੱਖਾਂ ਨੂੰ ਝੂਠੀ ਦਿਖਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਖੱਚਰਾਂ ਤੇ ਕੂੜਾ ਕਰਕਟ ਭਰ ਕੇ ਭੇਜਿਆ ਤੇ ਮੁਗਲਾਂ ਨੂੰ ਲੱਗਾ ਕਿ ਗੁਰੂ ਦਾ ਖਜ਼ਾਨਾ ਆ ਰਿਹਾ ਹੈ ਤੇ ਜਦੋਂ ਖੋਲ੍ਹਿਆ ਤੇ ਬਹੁਤ ਸ਼ਰਮਿੰਦੇ ਹੋਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਰਾ ਪਰਿਵਾਰ ਤੇ ਸਿੱਖਾਂ ਸਮੇਤ ਕਿਲ੍ਹੇ ਵਿੱਚੋਂ ਬਾਹਰ ਲਲਕਾਰ ਕੇ ਨਿਕਲੇ। ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਘਮਸਾਨ ਦਾ ਯੁੱਧ ਹੋਇਆ। ਸਾਰਾ ਪਰਿਵਾਰ ਇੱਕ ਦੂਜੇ ਨਾਲੋਂ ਵਿਛੜ ਗਿਆ। ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਰਾਤ ਰੋਪੜ ਠਹਿਰੇ ਤੇ ਸਵੇਰ ਸਾਰ ਹੀ ਚਮਕੌਰ ਸਾਹਿਬ ਦੀ ਗੜੀ ਵਿੱਚ ਜਾ ਪਹੁੰਚੇ। ਦੂਸਰੇ ਦਿਨ ਸਵੇਰੇ ਹੀ ਮੁਗਲੀਆ ਫੌਜਾਂ ਨੇ ਚਮਕੌਰ ਦੀ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਸਤਿਗੁਰੂ ਜੀ 5 ਸਿੰਘਾਂ ਦਾ ਜਥਾ ਭੇਜਦੇ ਰਹੇ। 1.25 लाख से एक लड़ाऊं तभी गोविंद सिंह नाम कहाऊं वाला खेल कीता। ਇੱਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਵੈਰੀਆਂ ਨਾਲ ਜੂਝਦਾ ਸ਼ਹੀਦ ਹੋ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮੈਦਾਨੇ ਜੰਗ ਵਿੱਚ ਚਲੇ ਗਏ। ਮੁਗਲੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ 5 ਪਿਆਰਿਆਂ ਵਿੱਚੋਂ ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਘਮਸਾਨ ਦਾ ਜੰਗ ਕਰਦੇ ਹੋਏ ਸ਼ਹੀਦੀਆਂ ਪਾ ਗਏ। ਬਾਕੀ ਸਿੰਘਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਹੱਥ ਬੰਨ੍ਹ ਕੇ ਅਰਜ਼ ਕੀਤੀ, ਗਰੀਬ ਨਵਾਜ਼ ਜੀ, ਤੁਸੀਂ ਇੱਥੋਂ ਰਾਤੋਂ ਰਾਤ ਨਿਕਲ ਜਾਵੋ ਜੀ। ਤੁਸੀਂ ਤਾਂ ਲੱਖਾਂ ਸੰਗਤ ਹੋਰ ਬਣਾ ਲੈਣੀ ਹੈ, ਤੁਹਾਡਾ ਇੱਥੋਂ ਜਾਣਾ ਬਹੁਤ ਜ਼ਰੂਰੀ ਹੈ ਜੀ। ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੀ ਅਰਜ਼ ਬੇਨਤੀ ਮੰਨ ਕੇ ਸੰਤ ਸਿੰਘ ਦੇ ਕਲਗੀ ਸਜਾ ਕੇ ਧਰਮ ਸਿੰਘ ਤੇ ਦਇਆ ਸਿੰਘ ਤੇ ਮਾਨ ਸਿੰਘ ਨੂੰ ਨਾਲ ਲੈ ਕੇ ਜੰਗੀ ਚਾਲ ਅਨੁਸਾਰ ਰਾਤੋਂ ਰਾਤ ਗੜੀ ਤੋਂ ਬਾਹਰ ਨਿਕਲ ਗਏ। ਰਸਤੇ ਵਿੱਚੋਂ ਤਿੰਨੇ ਸਿੰਘ ਵੀ ਸਤਿਗੁਰਾਂ ਨਾਲੋਂ ਵਿਛੜ ਗਏ। ਸੱਚੇ ਪਾਤਸ਼ਾਹ ਜੀ ਆਪ ਇਕੱਲੇ ਹੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚ ਗਏ।